ਇਟਸ ਅ ਹਾਰਡ ਥਿੰਗ, ਔਖੀ ਚੀਜ਼ ਆ ਬੱਚੇ ਨੂੰ ਦੇਖਣ ਦੀ, ਰਾਈਟ, ਕਿ ਮੇਰੇ ਮਾਂ ਪਿਓ ਇੱਦਾਂ ਲੜਦੇ ਆ। ਤੇ ਜੇ ਤੁਸੀਂ ਛੋਟੇ ਹੈਗੇ ਡਰ ਵੀ ਬਹੁਤ ਆਉਂਦਾ ਹੈ ਕਿ ਮੈਨੂੰ ਵੀ ਉਹਨਾਂ ਨੇ ਇੱਦਾਂ ਟਰੀਟ ਕਰਨਾ ਹੈ। 2011 ਵਿੱਚ ਇੱਕ ਰਿਸਰਚ ਹੋਈ ਜਿਹਦੇ ਵਿੱਚ they kind of I'll read out the name, Levent and Wilmer 2011 ਵਿੱਚ, ਐਂਡ ਉਹਨਾਂ ਦੀ ਰਿਸਰਚ ਦਾ ਰਿਜ਼ਲਟ ਇਹ ਸੀਗਾ ਕਿ ਜਿਹੜੀ ਮੈਸਕੁਲਿਨਿਟੀ ਵਾਲੀ ਗੱਲ ਹੈ ਨਾ ਕਿ ਬੰਦਿਆਂ ਨੂੰ ਇੱਦਾਂ ਹੋਣਾ ਚਾਹੀਦਾ ਜਾਂ ਸਰਟਨ ਬਿਹੇਵੀਅਰਸ ਹੋਣੇ ਚਾਹੀਦੇ, ਇਹ ਬਾਇਓਲੋਜੀਕਲ ਬਿਲਕੁਲ ਨਹੀਂ ਹੈ। ਸੋ ਇਹ ਇਸ ਕਰਕੇ ਨਹੀਂ ਹੈ ਕਿ ਮੁੰਡਿਆਂ ਦਾ ਜੈਂਡਰ ਇਹੋ ਜਿਹਾ ਆ, ਮੁੰਡੇ ਨੇ ਇਸ ਕਰਕੇ ਕਿ ਉਹਨਾਂ ਦੀ ਫਿਜ਼ੀਕਲ ਜਾਂ ਬਾਇਓਲੋਜੀਕਲ ਰੀਜ਼ਨਸ ਕਰਕੇ ਨਹੀਂ ਇਹ ਸਾਰਾ ਕੁਛ ਹੁੰਦਾ। ਇਹ ਮੋਰ ਆਫ ਸਾਈਕੋਲੋਜੀਕਲ ਐਂਡ ਸੋਸ਼ਲੀ ਸੈਟਅਪ ਸਟੈਂਡਰਡਸ ਨੇ। ਐਂਡ ਇਕੱਲਾ ਦ ਥਿੰਗ ਇਜ਼ ਆਪਾਂ ਮਰਦਾਂ ਨੂੰ ਬਲੇਮ ਨਹੀਂ ਕਰ ਸਕਦੇ, ਬਿਕਾਜ਼ ਸੋਸਾਇਟੀ ਉਹਨਾਂ 'ਤੇ ਪ੍ਰੈਸ਼ਰ ਹੀ ਇੰਨੇ ਪਾਉਂਦੀ ਆ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਇੱਕ ਜ਼ਿੰਦਗੀ ਜੀਣੀ ਪੈਂਦੀ ਆ। ਛੋਟੇ ਹੁੰਦੇ ਤੋਂ ਹੀ ਬੱਚੇ ਨੂੰ ਆਪਾਂ ਕਹਿਣ ਲੱਗ ਪੈਂਦੇ ਉਹ ਤੂੰ aren't you a big boy, aren't you a strong boy, ਰੋਣਾ ਕਾਹਤੋਂ ਆ, ਰਾਈਟ। ਸੋ ਜੇ ਆਪਾਂ ਆਪਣੇ ਅੱਜ ਕੱਲ੍ਹ ਜਿਹੜੇ ਗੈਂਗ ਵਾਇਲੈਂਸ 'ਤੇ ਰਿਲੇਟ ਕਰੀਏ ਤਾਂ ਬਹੁਤ ਵੱਡੀ ਪ੍ਰੋਬਲਮ ਆ, ਬਿਕਾਜ਼ ਜਿਹੜੇ ਲੋਕੀ ਕਹਿ ਲਓ ਨਿਕਲਣਾ ਵੀ ਚਾਹੁੰਦੇ ਉਹ ਲਾਈਫ ਦੇ ਵਿੱਚੋਂ, ਉਹਨਾਂ ਦਾ ਵੀ ਕੋਈ ਈਗੋ ਆ, ਉਹਨਾਂ ਨੂੰ ਹੈਲਪ ਨਹੀਂ ਲੈਣੀ ਨਹੀਂ ਆਉਂਦੀ, ਸੋ ਈਵਨ ਜਿਹੜੇ ਆਪਣੇ ਗਾਣੇ ਵੀ ਚੱਲਦੇ ਆ, ਆਈ ਮੀਨ ਆਈ ਨੋ ਵੈਰੀ ਕੰਟਰੋਵਰਸ਼ੀਅਲ ਇਸ਼ੂ ਆ ਕਿ ਜਿਹੜਾ ਬੰਦੂਕਾਂ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਲਾਈਕ ਇਹ ਜਿਹੜੇ ਸਾਰੇ ਗਾਣੇ ਵੀ ਆ ਆਲਵੇਜ਼ ਮੈਨ ਨੂੰ ਇੱਦਾਂ ਪਾਵਰਫੁਲ ਸ਼ੋ ਕਰਦੇ ਆ, ਰਾਈਟ। ਇੱਕ ਐਕਸਪੈਰੀਮੈਂਟ ਕੀਤਾ ਗਿਆ, ਸੋ ਉਹਨਾਂ ਨੇ ਕੀ ਕੀਤਾ, ਇਹ ਐਕਸਪੈਰੀਮੈਂਟ 2003 ਦੇ ਆਲੇ ਦੁਆਲੇ ਕੀਤਾ ਗਿਆ। ਉਹਨਾਂ ਨੇ ਇੱਕ ਰੂਮ ਵਿੱਚ 100 ਵੂਮਨ ਇਕੱਠੀਆਂ ਕੀਤੀਆਂ, 100 ਮੈਨ ਇਕੱਠੇ ਕੀਤੇ, ਐਂਡ ਉਹਨਾਂ ਨੇ 10 ਸਲਾਈਡ ਸ਼ੋਜ਼ ਦਿਖਾਏ। ਉਹਨਾਂ ਨੇ ਸਿਰਫ ਇਹ ਦੇਖਿਆ ਕਿ ਜਿਹੜਾ ਇਮੋਸ਼ਨਲ ਪਿਕਚਰਸ ਦਿਖਾਉਂਦੇ ਨੇ ਜਾਂ ਸਲਾਈਡ ਸ਼ੋ, ਇਨਸਾਨ ਦੇ ਭਾਵੇਂ ਉਹ ਮੇਲ ਹੈ ਭਾਵੇਂ ਉਹ ਫੀਮੇਲ ਹੈ, ਉਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਕੀ ਨੇ। ਜਿਹੜੀਆਂ ਫੀਮੇਲ ਸੀ, ਜਦੋਂ ਕਿਤੇ ਕੋਈ ਪਿਆਰ ਵਾਲੀ ਮੂਮੈਂਟ ਆਉਂਦੀ ਸੀ, ਯੂ ਕੈਨ ਸੀ ਦੀ ਐਕਸਪ੍ਰੈਸ਼ਨ ਔਨ ਦੇਅਰ ਫੇਸ, ਆਈਬ੍ਰੋਜ਼ ਰੇਜ਼ ਹੋਈਆਂ, ਲਿਪਸ 'ਤੇ ਸਮਾਈਲ ਆਈ, ਜਾਂ ਜਦੋਂ ਕੋਈ ਸੈਡ ਮੂਮੈਂਟ ਆਇਆ ਉਹ ਰੋਈਆਂ। ਪਰ ਜਦੋਂ ਉਹਨਾਂ ਨੇ ਬੰਦਿਆਂ ਦੇ ਉੱਤੇ ਉਹੀ ਸਟੱਡੀ ਦੇ ਨਤੀਜੇ ਕੱਢੇ, ਉਹਨਾਂ ਨੇ ਕਿਹਾ ਕਿ ਜਦੋਂ ਕੋਈ ਸੀਨ ਅਗਰੈਸ਼ਨ ਦਾ ਹੁੰਦਾ ਸੀ ਜਾਂ ਕੋਈ ਸੀਨ ਫਰਸਟ੍ਰੇਸ਼ਨ ਦਾ ਹੁੰਦਾ ਸੀ, ਫॉर ਮੈਨ ਆਹ ਇਮੋਸ਼ਨਸ ਦਿਖਾਣੇ ਜ਼ਿਆਦਾ ਈਜ਼ੀਅਰ ਸੀਗੇ ਦੈਨ ਜਦੋਂ ਕੋਈ ਸੈਡ ਸ਼ੋ ਆਉਂਦਾ ਸੀ ਅਤੇ ਅਥਰੂ ਕੱਢਣੇ ਜਾਂ ਕੋਈ ਇਮੋਸ਼ਨਲ ਸੀਨ ਆਉਂਦਾ ਸੀ ਅਤੇ ਉਹਦੇ ਨਾਲ ਰਿਲੇਟ ਕਰ ਪਾਉਣਾ। ਲਾਈਕ ਡੈਪਥ ਆਫ ਇਮੋਸ਼ਨਸ ਉਹਨਾਂ ਸਲਾਈਡ ਸ਼ੋਜ਼ ਵਿੱਚ ਉਹਨਾਂ ਨੇ ਦੇਖਿਆ ਬੰਦਿਆਂ ਦੇ ਐਕਸਪ੍ਰੈਸ਼ਨਸ ਵਿੱਚ ਫਰਸਟ੍ਰੇਸ਼ਨ ਈਜ਼ੀ ਸੀ, ਐਗਰੈਸ਼ਨ ਈਜ਼ੀ ਸੀਗਾ, ਵਾਇਲੈਂਸ ਦੇ ਵਿੱਚ ਉਹਨਾਂ ਨੇ ਬਹੁਤ ਇੰਜੋਏ ਕੀਤਾ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੋਰਸ ਕੋਰਨਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਅੱਜ ਅਸੀਂ ਗੱਲ ਕਰਾਂਗੇ ਟੌਕਸਿਕ ਮੈਸਕੁਲਿਨਿਟੀ ਤੇ। ਇਹ ਟਰਮ ਕੀ ਆ, ਇਹਦਾ ਮਤਲਬ ਕੀ ਆ ਤੇ ਅਸੀਂ ਕਿੱਦਾਂ ਰਲ ਕੇ ਇਹਨੂੰ ਬਦਲਣਾ। ਸੋ ਸ਼ੁਰੂ ਕਰਦੇ ਹਾਂ। ਕੈਰਨ, ਤੁਸੀਂ ਦੱਸੋ ਸਾਨੂੰ ਕਿ ਟੌਕਸਿਕ ਮੈਸਕੁਲਿਨਿਟੀ ਹੈ ਕੀ? ਸੋ ਐਕਚੁਅਲੀ ਮੈਂ ਸ਼ੁਰੂ ਕਰਨਾ ਆ, ਅਸੀਂ ਟੌਕਸਿਕ ਮੈਸਕੁਲਿਨਿਟੀ ਦੇ ਬਾਰੇ ਆਹ ਟੌਪਿਕ ਕਿਉਂ ਚੂਜ਼ ਕੀਤੀ ਆ ਇਸ ਹਫਤੇ ਦੀ। ਸੋ ਪਿਛਲੇ ਹਫਤੇ ਰੀਨਾ ਮੰਗਤ ਆਈ ਸੀਗੀ ਅਤੇ ਉਹਨਾਂ ਨੇ ਸਾਡੇ ਨਾਲ ਕਹਾਣੀ ਸ਼ੇਅਰ ਕੀਤੀ ਆਪਣੇ ਪੁੱਤ ਹਰਮਨ ਮੰਗਤ ਦੇ ਬਾਰੇ, ਅਤੇ ਉਹ ਗੈਂਗ ਲਾਈਫ ਦੇ ਵਿੱਚ ਇਨਵੋਲਵਡ ਸੀਗਾ। ਸੋ ਉਹਨਾਂ ਨੇ ਇੱਕ ਚੀਜ਼ ਸ਼ੇਅਰ ਕੀਤੀ ਕਿ ਹਰਮਨ ਜਿਹੜਾ ਸੀਗਾ ਉਹ ਬਹੁਤ ਕੇਅਰਿੰਗ ਸੀਗਾ, ਬਹੁਤ ਕਾਇੰਡ ਸੀਗਾ, ਪਰ ਅਤੇ ਉਹਦੇ ਰਿਲੇਸ਼ਨਸ਼ਿਪਸ ਵੀ ਚੰਗੇ ਸੀਗੇ ਫੈਮਿਲੀ ਦੇ ਨਾਲ, ਫਰੈਂਡਸ ਦੇ ਨਾਲ। ਪਰ ਇੱਕ ਚੀਜ਼ ਸੀਗੀ ਕਿ ਉਹਦਾ ਆਈਡੀਆ ਕਿ ਮੈਂ ਮੈਨਲੀ ਮੈਨ ਬਣਨਾ ਆ, ਜੇ ਕੋਈ ਪ੍ਰੋਬਲਮ ਹੈਗੀ ਮੈਨੂੰ ਆਪੇ ਸੋਲਵ ਕਰਨੀ ਪੈਣੀ ਆ, ਮੈਂ ਕਿਸੇ ਹੋਰ ਵੱਲ ਜਾ ਨਹੀਂ ਸਕਦਾ। ਸੋ ਉਹਨਾਂ ਨੇ ਕਿਹਾ ਸੀ ਕਿ ਜੇ ਉਹਦਾ ਹਰਮਨ ਕੋਲ ਇਹ ਆਈਡੀਆ ਨਹੀਂ ਸੀ ਹੁੰਦਾ ਤੇ ਆਊਟਕਮ ਬਹੁਤ ਡਿਫਰੈਂਟ ਵੀ ਹੋ ਸਕਦੀ ਸੀ। ਸੋ ਟੌਕਸਿਕ ਮੈਸਕੁਲਿਨਿਟੀ ਕੋਈ ਨਵੀਂ ਚੀਜ਼ ਨਹੀਂ ਹੈਗੀ ਆ, ਇਹ ਸਮਾਜ ਦੀ ਬਣੀ ਹੋਈ ਚੀਜ਼ ਆ, ਅਤੇ ਬੇਸਿਕਲੀ ਇਟਸ ਐਨ ਆਈਡੀਆ। ਅਤੇ ਉਹ ਕਹਿੰਦਾ ਆ ਕਿ ਜਿਹੜੇ ਮੈਨ ਹੈਗੇ, ਇਫ ਯੂ ਆਰ ਅ ਮੈਨ ਸੋਸਾਇਟੀ ਦੇ ਵਿੱਚ, ਤੁਹਾਨੂੰ ਫਿਊ ਟ੍ਰੇਟਸ ਹੋਣੇ ਚਾਹੀਦੇ ਆ। ਸੋ ਲੈਟਸ ਸੀ ਆਹ ਕਿਹੜੇ ਟ੍ਰੇਟਸ ਆ, ਰਾਈਟ। ਪਹਿਲੀ ਚੀਜ਼ ਹੈਗੀ ਆ ਕਿ ਤੁਹਾਨੂੰ ਅਗਰੈਸਿਵ ਹੋਣਾ ਚਾਹੀਦਾ, ਦੂਜੇ ਮੈਨ ਨਾਲ ਕੰਪੀਟੀਸ਼ਨ ਹੋਣਾ ਚਾਹੀਦਾ, ਅਗਰੈਸਿਵ ਕੰਪੀਟੀਸ਼ਨ। ਦੂਜੀ ਚੀਜ਼ ਹੈਗੀ ਆ ਵਾਇਲੈਂਟ, ਮੈਨ ਆਰ ਅ ਲਿਟਲ ਬਿਟ ਵਾਇਲੈਂਟ। ਸੋ ਜੇ ਕੋਈ ਪ੍ਰੋਬਲਮ ਹੈਗੀ ਆ, ਲੜਾਈ ਹੈਗੀ, ਮੁੱਕਾ ਮਾਰੋ ਅਤੇ ਪ੍ਰੋਬਲਮ ਸੋਲਵ ਕਰੋ। ਥਰਡ ਥਿੰਗ, ਇਫ ਯੂ ਆਰ ਅ ਮੈਨ, ਜੇ ਤੁਸੀਂ ਅਸਲੀ ਮਰਦ ਹੈਗੇ ਆ, ਤੁਸੀਂ ਆਪਣੇ ਇਮੋਸ਼ਨਸ ਨੂੰ ਦਿਖਾਉਣਾ ਨਹੀਂ ਕਿਸੇ ਨੂੰ, ਦੱਬ ਕੇ ਰੱਖੋ, ਕਿਉਂਕਿ ਮਰਦ ਨਹੀਂ ਇੱਦਾਂ ਕਰਦੇ। ਲੋਕਾਂ ਨੇ ਕਹਿਣਾ ਇਹ ਤਾਂ ਕੁੜੀ ਆ, ਕੁੜੀ ਵਾਂਗੂ ਆ। ਅਤੇ ਆਹ ਜਿਹੜੀਆਂ ਚੀਜ਼ਾਂ ਆ, ਇਟ ਕੈਨ ਲੀਡ ਟੂ ਐਂਗਰ, ਗੁੱਸਾ, ਸ਼ੇਮਲੈਸਨੈਸ, ਜਿੱਦਾਂ ਯੂ ਡੋਂਟ ਕੇਅਰ ਦੂਜਿਆਂ ਨੂੰ ਕੀ ਹੋ ਰਿਹਾ ਤੁਹਾਡੇ ਐਕਸ਼ਨਸ ਦੇ ਕਾਰਨ, ਐਂਡ ਪਾਵਰ ਐਂਡ ਕੰਟਰੋਲ ਇਸ਼ੂਜ਼। ਸੋ
ਕਿਰਨ ਮੈਂ ਜੋ ਤੁਸੀਂ ਗੱਲ ਕਹੀ ਸੀ ਕਿ ਮਰਦ ਹੈਗੇ ਆ ਜਿਹੜੇ ਗੁੱਸਾ ਦਿਖਾਉਂਦੇ ਬਿਕਾਜ਼ ਉਹੀ ਗੁੱਸਾ ਐਕਸੈਪਟੇਬਲ ਆ ਕੋਈ ਹੋਰ ਇਮੋਸ਼ਨ ਆਪਾਂ ਸ਼ੋ ਹੀ ਨਹੀਂ ਕਰ ਸਕਦੇ ਪਰ ਉਹੀ ਗੁੱਸਾ ਆਪਾਂ ਤੇ ਵੀ ਲੇਡੀਜ਼ ਤੇ ਵੀ ਬਹੁਤ ਜ਼ਿਆਦਾ ਇਫੈਕਟ ਆਉਂਦਾ ਹੈ ਨਿਆਣਿਆਂ ਤੇ ਵੀ ਬਹੁਤ ਜ਼ਿਆਦਾ ਇਫੈਕਟ ਆਉਂਦਾ ਹੈ ਉਹ ਛੋਟੇ ਹੁੰਦੇ ਨਿਆਣਿਆਂ ਨੂੰ ਡਿਫਰੈਂਟ ਟਰੀਟ ਕਰਨਾ ਪੈਂਦੇ ਆ ਆਪਾਂ ਔਰਤ ਵੀ ਆਪਾਂ ਇਦਾਂ ਕਿ ਮੁੰਡੇ ਨੂੰ ਇਦਾਂ ਹੋਣਾ ਚਾਹੀਦਾ ਆ ਕੁੜੀ ਇਦਾਂ ਹੋਣੀ ਚਾਹੀਦੀ ਆ ਰਾਈਟ ਬੱਚਿਆਂ ਤੋਂ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਜਦੋਂ ਛੋਟੇ ਹੁੰਦੇ ਆ ਉਹ ਸਾਰਾ ਕੁਝ ਸਾਡੇ ਕੋਲ ਹੀ ਸਿੱਖਦੇ ਆ ਸੋ ਮੈਂ ਇੱਕ ਸਟੱਡੀ ਲੱਭੀ ਸੀ ਕੈਨੇਡੀਅਨ ਵੂਮਨਸ ਫਾਊਂਡੇਸ਼ਨ ਇਹ ਜਿਹੜੀ ਅਗੇਨ ਜਿਹੜਾ ਉਹ ਗੁੱਸਾ ਆ ਆਪਣੇ ਤੇ ਕਾਫੀ ਇਫੈਕਟ ਆਉਂਦਾ ਮੈਂ ਸੋ ਉਹਦੇ ਬਾਰੇ ਗੱਲ ਕਰਨੀ ਸੀ ਕਿ ਇੱਥੇ ਕੈਨੇਡਾ ਦੇ ਵਿੱਚ ਹਰ 6ਵੇਂ ਦਿਨ ਕੋਈ ਜਿਹੜੀ ਲੇਡੀ ਆ ਉਹ ਆਪਣੇ ਇੰਟੀਮੇਟ ਪਾਰਟਨਰ ਦੇ ਨਾਲ ਮਾਰੀ ਜਾਂਦੀ ਆ ਹਰ 6 ਦਿਨ ਇੱਕ ਔਰਤ ਕੈਨੇਡਾ ਦੇ ਵਿੱਚ ਇਹ ਕੈਨੇਡਾ ਦੀ ਗੱਲ ਹੈ ਇੰਡੀਆ ਦੀ ਗੱਲ ਨਹੀਂ ਹੈਗੀ ਰਾਈਟ ਇੰਡੀਆ ਦੀ ਤਾਂ ਕਾਫੀ ਉਹ ਤੋਂ ਵੀ ਜ਼ਿਆਦਾ ਬੱਤਰ ਹੈ ਉੱਥੇ ਤਾਂ ਹਰ ਤੀਜੇ ਦਿਨ 1 in 3 women domestic violence ਉੱਥੇ ਵੀ ਰਾਈਟ ਨਾ ਉਹ domestic violence ਵੀ ਜ਼ਿਆਦਾ ਇੱਥੇ ਵੀ ਆ ਰਿਹਾ ਆ ਨਾ ਕਿ ਆਪਣੇ ਕੈਨੇਡੀਅਨਸ ਨੂੰ ਟੈਕਸ ਪੇਅਰਸ ਨੂੰ ਗਵਰਨਮੈਂਟ ਨੂੰ ਆਪਾਂ ਨੂੰ $7.4 billion ਇਫੈਕਟ ਆ ਰਿਹਾ ਜਦੋਂ ਤੁਸੀਂ ਸਪਾਊਸਲ ਵਾਇਲੈਂਸ ਹੈਗੀ ਆ ਪਰ ਰਮਨ ਜੇ ਦੇਖਿਆ ਜਾਵੇ ਇਹ ਜਿਹੜੇ ਤੁਸੀਂ ਸਟੈਟਸ ਸਾਨੂੰ ਅੱਜ ਦੱਸੇ ਆ ਇਹ ਤਾਂ ਸਿਰਫ ਜਿਹੜੀਆਂ ਔਰਤਾਂ ਨੇ ਰਿਪੋਰਟ ਕੀਤਾ ਜਾਂ ਜਿਹੜੇ ਪਰਿਵਾਰਾਂ ਨੇ ਰਿਪੋਰਟ ਕੀਤਾ ਰਾਈਟ ਸੋ ਜਿਨ੍ਹਾਂ ਦੇ ਘਰਾਂ 'ਚ ਆ ਕੁਝ ਹੁੰਦਾ ਪਰ ਉਹ ਡਰਦੇ ਦੱਸਦੇ ਹੀ ਨਹੀਂ ਉਹ ਪਤਾ ਨਹੀਂ ਕਿੰਨੇ ਹੋਗੇ ਆਪਣੀ ਸੋਸਾਇਟੀ ਦੀ ਫਾਲਟ ਆ ਟੂ ਬੀ ਓਨੈਸਟ ਆਪਾਂ ਜੇ ਔਰਤਾਂ ਨੂੰ ਤਾਕਤ ਦਵਾਂਗੇ ਕਿ ਤੁਸੀਂ ਬੋਲੋ ਕੁਝ ਤਾਂ ਫੇਰ ਉਦੋਂ ਕੁਝ ਹੋਊਗਾ ਰਾਈਟ ਇੱਕ ਹੋਰ ਆ ਕਿ ਜਿਹੜੇ ਨਿਆਣੇ ਆ ਜਿਸ ਘਰ ਉਹ ਵਾਇਲੈਂਸ ਹੈਗੀ ਆ ਉੱਥੇ 2 ਗੁਣਾ ਜ਼ਿਆਦਾ ਉਹਨਾਂ ਨੂੰ ਇਫੈਕਟ ਦਿਮਾਗ ਦੀ ਤੌਰ ਤੇ ਇਫੈਕਟ ਬਹੁਤ ਆਉਂਦਾ ਹੈ ਜਦੋਂ ਡਿਸਆਰਡਰ ਹੁੰਦੇ ਉਹਨਾਂ ਨੂੰ ਸਾਈਕੀਆਟ੍ਰਿਕ ਡਿਸਆਰਡਰ ਵੱਡੇ ਹੋ ਕੇ just as they grow up ਜਦੋਂ as they're growing up they develop it when they're teenagers even ਇਟਸ ਅ ਹਾਰਡ ਥਿੰਗ ਔਖੀ ਚੀਜ਼ ਆ ਬੱਚੇ ਨੂੰ ਦੇਖਣ ਦੀ ਰਾਈਟ ਕਿ ਮੇਰੇ ਮਾਂ ਪਿਓ ਏਦਾਂ ਲੜਦੇ ਆ ਤੇ ਜੋ ਤੁਸੀਂ ਛੋਟੇ ਹੈਗੇ ਡਰ ਵੀ ਬਹੁਤ ਆਉਂਦਾ ਹੈ ਕਿ ਮੈਨੂੰ ਵੀ ਉਹਨਾਂ ਨੇ ਏਦਾਂ ਟਰੀਟ ਕਰਨਾ ਆ ਏਦਾਂ ਤੋਂ ਕੀ ਟਰੀਟ ਕਰਨ ਦਿਸ ਇਜ਼ ਹਾਊ ਦੇ ਸ਼ੁਡ ਟਰੀਟ ਈਚ ਅਦਰ ਆ ਨਾਰਮਲ ਚੀਜ਼ ਹੈਗੀ ਆ ਨਿਆਣਿਆਂ ਤੇ ਵੀ ਫਰਕ ਫਿਰ ਮੁੜ ਕੇ ਕੁੱਟਦੇ ਆ ਵਾਇਲੈਂਸ ਨਾਰਮਲ ਹੋ ਜਾਂਦੀ ਆ that's not okay yeah absolutely not I'm talking about research ਇੱਕ research ਮੈਂ ਵੀ ਲੱਭੀ ਸੀਗੀ 2011 ਵਿੱਚ ਇੱਕ research ਹੋਈ ਜਿਹਦੇ ਵਿੱਚ they kind of I'll read out the name Levent and Wilmer 2011 ਵਿੱਚ and ਉਹਨਾਂ ਦੀ research ਦਾ result ਇਹ ਸੀਗਾ ਕਿ ਜਿਹੜੀ ਮੈਸਕੁਲਿਨਿਟੀ ਵਾਲੀ ਗੱਲ ਹੈ ਨਾ ਕਿ ਬੰਦਿਆਂ ਨੂੰ ਇਦਾਂ ਹੋਣਾ ਚਾਹੀਦਾ ਆ ਸਰਟਨ ਬਿਹੇਵੀਅਰਸ ਹੋਣੇ ਚਾਹੀਦੇ ਇਹ ਬਾਇਓਲੋਜੀਕਲ ਬਿਲਕੁਲ ਨਹੀਂ ਆ ਸੋ ਇਹ ਇਸ ਕਰਕੇ ਨਹੀਂ ਹੈ ਕਿ ਮੁੰਡਿਆਂ ਦਾ ਜੈਂਡਰ ਇਹੋ ਜਿਹਾ ਆ ਮੁੰਡੇ ਨੇ ਇਸ ਕਰਕੇ ਕਿ ਉਹਨਾਂ ਦੀ ਫਿਜ਼ੀਕਲ ਜਾਂ ਬਾਇਓਲੋਜੀਕਲ ਰੀਜ਼ਨਸ ਕਰਕੇ ਨਹੀਂ ਉਹ ਇਹ ਸਾਰਾ ਕੁਝ ਹੁੰਦਾ ਇਹ ਮੋਰ ਆਫ ਸਾਈਕੋਲੋਜੀਕਲ ਐਂਡ ਸੋਸ਼ਲੀ ਸੈਟਅਪ ਸਟੈਂਡਰਡਸ ਨੇ ਹਾਂਜੀ ਹੁਣ ਅਸੀਂ ਮੇਰੇ ਖਿਆਲ ਤੋਂ ਸਾਰੇ ਹੀ ਸੁਣਦੇ ਆ ਤੂੰ ਕੋਈ ਬੰਦਾ ਆ ਤੂੰ ਇਦਾਂ ਕਰਦਾ ਤੂੰ ਬੰਦਾ ਆ ਤੂੰ ਕਾਹਦਾ ਬੰਦਾ ਆ ਜੇ ਤੂੰ ਆਪਣੀ ਪ੍ਰੋਬਲਮ ਨਹੀਂ ਸੋਲਵ ਕਰ ਸਕਦਾ ਐਂਡ ਕਮਿੰਗ ਬੈਕ ਟੂ ਦ ਰੀਨਾ ਮੰਗਿਤ ਥਿੰਗ ਕਿ ਉਹਨੂੰ ਵੀ ਇਹੀ ਫੇਸ ਕਰਨਾ ਪਿਆ ਦੈਟਸ ਵੇਅਰ ਇਟ ਗੈਟਸ ਟੂ ਕਿ ਮੈਂ ਕਾਹਦਾ ਬੰਦਾ ਜੇ ਮੈਂ ਆਪਣੀ ਪ੍ਰੋਬਲਮ ਆਪ ਨਹੀਂ ਸੋਲਵ ਕਰ ਸਕਦਾ ਐਂਡ ਮੈਨੂੰ ਹੈਲਪ ਲੈਣੀ ਪੈਂਦੀ ਆ there's another research ਜਿਹੜੀ ਕਿ ਜਿਹਦੇ ਵਿੱਚ ਉਹਨਾਂ ਨੇ ਸ਼ੋ ਕੀਤਾ ਕਿ ਇਹ ਆਉਂਦੀ ਕਿੱਥੋਂ ਆ ਜੇ ਆਪਾਂ ਐਂਸ਼ੀਅੰਟ ਟਾਈਮਸ 'ਚ ਜਾ ਕੇ ਦੇਖੀਏ ਤੇ ਜਿਹੜੇ ਸਾਡੇ ਮੇਲ ਪਾਰਟਨਰਸ ਨੇ ਜਾਂ ਮੈਸਕੁਲਿਨਿਟੀ ਹੈ ਸਾਡੀ ਸੋਸਾਇਟੀ ਵਿੱਚ ਉਹ ਬੰਦਿਆਂ ਦੀ ਵੈਲਿਊ ਹੀ ਉਦੋਂ ਹੁੰਦੀ ਸੀਗੀ ਜੇ ਉਹ ਅਗਰੈਸਿਵ ਹੁੰਦੇ ਸੀਗੇ ਐਂਡ ਉਹ ਫਾਈਟਸ ਵਿਨ ਕਰਦੇ ਸੀਗੇ ਕਿਉਂਕਿ ਜੇ ਆਪਾਂ ਸੋਚੀਏ ਅੱਜ ਤੋਂ 100 200 300 400 500 ਹਜ਼ਾਰਾਂ ਸਾਲ ਪਹਿਲੇ ਜਦੋਂ ਹਿਊਮਨ ਐਵੋਲਿਊਸ਼ਨ ਹੋਈ ਹੈ ਇਨਵਾਇਰਨਮੈਂਟ ਬਹੁਤ ਡਿਫਰੈਂਟ ਸੀਗਾ ਉਦੋਂ ਮੇਰੇ ਖਿਆਲ ਤੋਂ ਮਾਰ ਕੁੱਟ ਕੇ ਬੰਦੇ ਜਿੱਤਦੇ ਹੁੰਦੇ ਸੀਗੇ ਤੇ ਉਹਨਾਂ ਹੀ ਬੰਦਿਆਂ ਦੀ ਵੈਲਿਊ ਹੁੰਦੀ ਸੀਗੀ ਜਿਹੜੇ ਜਿੱਤ ਕੇ ਘਰ ਨੂੰ ਆਉਂਦੇ ਸੀਗੇ ਫਿਰ ਉਹਨਾਂ ਨੂੰ ਲੱਗਦਾ ਸੀ ਕਿ ਉਹਦੀ ਟੌਰ ਬਣਦੀ ਸੀਗੀ ਕਿ ਆਹ ਬੰਦਾ ਵੈਲਿਊਏਬਲ ਹੈ ਉਹਨੂੰ ਵੇਖ ਕੇ ਫਿਰ ਸਾਰਿਆਂ ਨੇ ਸ਼ੁਰੂ ਕਰਤਾ ਕਿ ਓ ਮਾਈ ਗॉड ਅਸੀਂ ਵੀ ਇਦਾਂ ਕਰੀਏ ਫਿਰ ਉਹ ਮੋਰ ਟੈਰੀਟੋਰੀਅਲ ਹੋ ਗਏ ਉਹ ਚੀਜ਼ ਉੱਥੋਂ ਸ਼ੁਰੂ ਹੋ ਕੇ ਅੱਜ ਇੰਨੀ ਵਿਗੜ ਚੁੱਕੀ ਹੈ ਕਿ ਅੱਜ ਅਸੀਂ ਸਾਡੇ ਸ਼ੋਅ ਦਾ ਉਹ ਪਾਰਟ ਬਣ ਰਹੀ ਹੈ ਕਿਉਂਕਿ ਸਾਡੀ ਸੋਸਾਇਟੀ 'ਚੋਂ ਹਰ ਜਗ੍ਹਾ ਸ਼ੋਅ ਅਪ ਹੋ ਰਹੀ ਹੈ ਐਂਡ ਇਕੱਲਾ the thing is ਆਪਾਂ
ਮਰਦਾਂ ਨੂੰ ਬਲੇਮ ਨਹੀਂ ਕਰ ਸਕਦੇ ਬਿਕਾਜ਼ ਸੋਸਾਇਟੀ ਉਹਨਾਂ ਤੇ ਪ੍ਰੈਸ਼ਰ ਹੀ ਇੰਨੇ ਪਾਉਂਦੀ ਆ ਕਿ ਉਹਨਾਂ ਨੂੰ ਇਸ ਤਰੀਕੇ ਨਾਲ ਇੱਕ ਜ਼ਿੰਦਗੀ ਜੀਣੀ ਪੈਂਦੀ ਆ ਛੋਟੇ ਹੁੰਦੇ ਤੋਂ ਹੀ ਬੱਚੇ ਨੂੰ ਆਪਾਂ ਕਹਿਣ ਲੱਗ ਪੈਂਦੇ ਉਹ ਤੂੰ aren't you a big boy aren't you a strong boy ਰੋਣਾ ਕਾਹਤੋਂ ਆ ਰਾਈਟ ਓਏ ਰੋਣਾ ਨਹੀਂ ਲਾਈਕ ਸ਼ੁਰੂ ਤੋਂ ਹੀ ਆਪਾਂ ਜਦੋਂ ਇਦਾਂ ਕਰਨ ਲੱਗ ਪੈਂਦੇ ਆਪਾਂ ਉਹਨਾਂ ਨੂੰ ਸਿਖਾਉਂਦੇ ਆ ਕਿ ਰੋਵੋ ਨਾ ਉਹ ਜਿਹੜੇ ਇਮੋਸ਼ਨਸ ਆ ਜਿੱਦਾਂ ਕਿਰਨ ਨੇ ਕਿਹਾ ਉਹ ਸਪਰੈਸ ਹੋਈ ਜਾਂਦੇ ਆ ਤਾਂ ਫਿਰ ਵੱਡੇ ਹੋ ਕੇ ਹੋਰ ਅਗਰੈਸ਼ਨ ਹੁੰਦੀ ਆ ਫਿਰ ਉਹ ਹੋਰ ਜਦੋਂ ਰਾਹ ਚੁੱਕਦੇ ਆ ਉਹਨਾਂ ਤੇ ਤਾਂ ਆਲਰੇਡੀ ਉਹਨਾਂ ਨੇ ਇਹ ਚੀਜ਼ਾਂ ਸਿੱਖ ਲਈਆਂ ਕਿ ਅਸੀਂ ਇੱਦਾਂ ਰਿਐਕਟ ਕਰਨਾ ਜਦੋਂ ਕੁਝ ਹੁੰਦਾ ਨਾ ਉਹ ਹੈਲਪ ਮੰਗਦੇ ਨਾ ਕੋਈ ਆਪਣਾ ਦੁੱਖ ਕਿਸੇ ਨੂੰ ਦੱਸਦੇ ਆ ਸੋ ਜੇ ਆਪਾਂ ਆਪਣੇ ਅੱਜ ਕੱਲ੍ਹ ਜਿਹੜੇ ਗੈਂਗ ਵਾਇਲੈਂਸ ਤੇ ਰਿਲੇਟ ਕਰੀਏ ਤੇ ਬਹੁਤ ਵੱਡੀ ਪ੍ਰੋਬਲਮ ਆ ਬਿਕਾਜ਼ ਜਿਹੜੇ ਲੋਕੀ ਕਹਿ ਲਓ ਨਿਕਲਣਾ ਵੀ ਚਾਹੁੰਦੇ ਉਹ ਲਾਈਫ ਦੇ ਵਿੱਚੋਂ ਉਹਨਾਂ ਦਾ ਵੀ ਕੋਈ ਈਗੋ ਆ ਉਹਨਾਂ ਨੂੰ ਹੈਲਪ ਨਹੀਂ ਲੈਣੀ ਨਹੀਂ ਆਉਂਦੀ ਇਹ ਵੀ ਮੈਂ ਕਹੂੰਗੀ ਕਿ ਕਈ ਵਾਰੀ ਹੈਲਪ ਨਹੀਂ ਵੀ ਮਿਲਦੀ ਉਹ ਵੀ ਗੱਲ ਇੱਕ ਹੈਗੀ ਆ ਬਟ ਜਿਹੜੇ ਹੈਲਪ ਲੈ ਵੀ ਸਕਦੇ ਆ ਪਰ ਉਹ ਫਿਰ ਬਿਕਾਜ਼ ਆਫ ਈਗੋ ਉਹਨਾਂ ਨੇ ਨਾ ਆਪਣੇ ਪੇਰੈਂਟਸ ਨਾਲ ਗੱਲ ਸ਼ੇਅਰ ਕਰਨੀ ਨਾ ਕੋਈ ਕਲੋਜ਼ ਦੋਸਤਾਂ ਨਾਲ ਸ਼ੇਅਰ ਕਰਨੀ ਬਿਕਾਜ਼ ਉਹਨਾਂ ਦੇ ਵਾਲੇ ਦੋਸਤ ਹੁੰਦੇ ਵੀ ਨਹੀਂ ਐਗਜ਼ੈਕਟਲੀ ਯਾ ਜਿਨ੍ਹਾਂ ਦੇ ਨਾਲ ਉਹ ਇਦਾਂ ਦੀ ਕੋਈ ਗੱਲ ਕਰ ਵੀ ਸਕਦੇ ਰਾਈਟ ਉਹ ਖੁਦ ਆਪਣੇ ਆਪ ਵਿੱਚ ਕਹਿੰਦੇ ਰਹਿੰਦੇ ਆ ਤੂੰ ਮਰਦ ਨਹੀਂ ਹੈਗਾ ਜਿਹੜਾ ਤੂੰ ਤਾਂ ਕਰ ਇਟਸ ਆਈਸੋਲੇਟਿੰਗ ਯਾ ਸੋ ਇਵਨ ਜਿਹੜੇ ਆਪਣੇ ਗਾਣੇ ਵੀ ਚੱਲਦੇ ਆ ਆਈ ਮੀਨ ਆਈ ਨੋ ਵੈਰੀ ਕੰਟਰੋਵਰਸ਼ੀਅਲ ਇਸ਼ੂ ਆ ਕਿ ਜਿਹੜਾ ਬੰਦੂਕਾਂ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ ਲਾਈਕ ਇਹ ਜਿਹੜੇ ਸਾਰੇ ਗਾਣੇ ਵੀ ਆ ਆਲਵੇਜ਼ ਮੈਨ ਨੂੰ ਇਦਾਂ ਪਾਵਰਫੁਲ ਸ਼ੋ ਕਰਦੇ ਆ ਰਾਈਟ ਇੱਕ ਬਿੰਦ ਰੱਖੀਏ ਦਾ ਗਾਣਾ ਆ ਲਾਈਕ ਜੱਟ ਨੇ ਵਿਆਹੁਣੀ ਆ ਲਾਈਕ ਉਹ ਵੀ ਇਦਾਂ ਦੇ ਗਾਣੇ ਆ ਕਿ ਜਿਹੜਾ ਮੈਂ ਕੰਮ ਕਰਨਾ ਉਹ ਮੈਂ ਕਰਨਾ ਹੀ ਕਰਨਾ ਰਾਈਟ ਸੋ ਇਟਸ ਵੈਰੀ ਪਾਵਰਫੁਲ ਗਾਣੇ ਆ ਤੇ ਉਹ ਇੱਦਾਂ ਹੀ ਚੱਲੀ ਆਉਂਦੇ ਆ ਸੋ ਆਬਵੀਅਸਲੀ ਆਪਾਂ ਇੱਦਾਂ ਨਹੀਂ ਕਹਿ ਸਕਦੇ ਕਿ ਉਹ ਸੌਂਗਸ ਵਿਗਾੜਦੀ ਸੋਸਾਇਟੀ ਨੂੰ ਬਟ ਇਟ ਡੈਫੀਨਿਟਲੀ ਉਹ ਚੀਜ਼ਾਂ ਨੂੰ ਟੱਚ ਬਹੁਤ ਕਰਦੀ ਆ ਜਿਹੜੀਆਂ ਗੱਲਾਂ ਤੇ ਆਲਰੇਡੀ ਆਪਾਂ ਸਫਰ ਕਰਦੇ ਆ ਉਹ ਹੈਗੀ ਬਿਕਾਜ਼ ਟੀਨੇਜਰ ਸਪੈਸ਼ਲੀ ਜਿਨ੍ਹਾਂ ਦਾ ਮੈਂ ਕੰਮ ਕਰਦੀ ਆ ਉਹ ਇਹੀ ਗਾਣੇ ਦੇਖਦੇ ਆ ਇਹੀ ਗਾਣੇ ਫਿਰ ਜਿਹੜੇ ਮੁੱਕੇ ਮਾਰਦੇ ਆ ਉਹ ਮੁੱਕੇ ਆਪਣੇ ਸਾਡੇ women ਤੇ ਵੀ ਮਾਰ ਦਿੰਦੇ ਆ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੋ ਉਹਨਾਂ ਨੇ ਕੀ ਕੀਤਾ ਇਹ ਐਕਸਪੈਰੀਮੈਂਟ 2003 ਦੇ ਆਲੇ ਦੁਆਲੇ ਕੀਤਾ ਗਿਆ ਉਹਨਾਂ ਨੇ ਇੱਕ ਰੂਮ ਵਿੱਚ 100 women ਇਕੱਠੀਆਂ ਕੀਤੀਆਂ 100 men ਇਕੱਠੇ ਕੀਤੇ ਐਂਡ ਉਹਨਾਂ ਨੇ 10 ਸਲਾਈਡ ਸ਼ੋਜ਼ ਦਿਖਾਏ ਉਹਨਾਂ ਨੂੰ ਉਹ ਸਾਰੇ ਇਮੋਸ਼ਨਲੀ ਟ੍ਰਿਗਰਿੰਗ ਸਲਾਈਡ ਸ਼ੋਜ਼ ਸੀਗੇ ਉਹਨਾਂ ਨੇ ਹਰ ਇੱਕ ਦਾ ਕੋਡ ਫੇਸ਼ੀਅਲ ਐਕਸਪ੍ਰੈਸ਼ਨ ਨੂੰ ਕੋਡ ਕੀਤਾ ਉਹਦੇ ਪਿੱਛੇ ਸਾਰੀ ਸਾਇੰਸ ਐਂਡ ਕੋਡਿੰਗ ਇਨਵੋਲਵਡ ਸੀਗੀ ਉਹਨਾਂ ਨੇ ਸਿਰਫ ਇਹ ਦੇਖਿਆ ਕਿ ਜਿਹੜਾ ਇਮੋਸ਼ਨਲ ਪਿਕਚਰਸ ਦਿਖਾਉਂਦੇ ਨੇ ਜਾਂ ਸਲਾਈਡ ਸ਼ੋ ਇਨਸਾਨ ਦੇ ਭਾਵੇਂ ਉਹ ਮੇਲ ਹੈ ਭਾਵੇਂ ਉਹ ਫੀਮੇਲ ਹੈ ਉਹਦੇ ਫੇਸ਼ੀਅਲ ਐਕਸਪ੍ਰੈਸ਼ਨਸ ਕੀ ਨੇ ਐਂਡ ਜਿਹੜਾ ਰਿਜ਼ਲਟ ਨਿਕਲਿਆ ਉਹ ਇੰਨਾ ਸਰਪ੍ਰਾਈਜ਼ਿੰਗ ਸੀਗਾ ਕਿ ਜਿਹੜੀਆਂ ਫੀਮੇਲ ਸੀ ਉਹ ਖੁੱਲ੍ਹ ਕੇ ਹੱਸਦੀਆਂ ਸੀ ਜਿਹੜੀਆਂ ਫੀਮੇਲ ਸੀ ਜਦੋਂ ਕਿਤੇ ਕੋਈ ਪਿਆਰ ਵਾਲੀ ਮੂਮੈਂਟ ਆਉਂਦੀ ਸੀ ਯੂ ਕੈਨ ਸੀ ਦੀ ਐਕਸਪ੍ਰੈਸ਼ਨ ਔਨ देयर ਫੇਸ ਆਈਬ੍ਰੋਜ਼ ਰੇਜ਼ ਹੋਈਆਂ ਲਿਪਸ ਤੇ ਸਮਾਈਲ ਆਈ ਜਾਂ ਜਦੋਂ ਕੋਈ ਸੈਡ ਮੂਮੈਂਟ ਆਇਆ ਉਹ ਰੋਈਆਂ ਪਰ ਜਦੋਂ ਉਹਨਾਂ ਨੇ ਬੰਦਿਆਂ ਦੇ ਉੱਤੇ ਉਹੀ ਸਟੱਡੀ ਦੇ ਨਤੀਜੇ ਕੱਢੇ ਉਹਨਾਂ ਨੇ ਕਿਹਾ ਕਿ ਜਦੋਂ ਕੋਈ ਸੀਨ ਅਗਰੈਸ਼ਨ ਦਾ ਆਉਂਦਾ ਸੀ ਜਾਂ ਕੋਈ ਸੀਨ ਫਰਸਟ੍ਰੇਸ਼ਨ ਦਾ ਆਉਂਦਾ ਸੀ ਫॉर men ਆਹ ਇਮੋਸ਼ਨਸ ਦਿਖਾਣੇ ਜ਼ਿਆਦਾ ਈਜ਼ੀਅਰ ਸੀਗੇ ਦੈਨ ਜਦੋਂ ਕੋਈ ਸੈਡ ਸ਼ੋ ਆਉਂਦਾ ਸੀ ਤੇ ਅਥਰੂ ਕੱਢਣੇ ਜਾਂ ਕੋਈ ਇਮੋਸ਼ਨਲ ਸੀਨ ਆਉਂਦਾ ਸੀ ਤੇ ਉਹਦੇ ਨਾਲ ਰਿਲੇਟ ਕਰ ਪਾਣਾ ਲਾਈਕ ਡੈਪਥ ਆਫ ਇਮੋਸ਼ਨਸ ਉਹਨਾਂ ਸਲਾਈਡ ਸ਼ੋਜ਼ ਵਿੱਚ ਉਹਨਾਂ ਨੇ ਦੇਖਿਆ ਬੰਦਿਆਂ ਦੇ ਐਕਸਪ੍ਰੈਸ਼ਨਸ ਵਿੱਚ ਫਰਸਟ੍ਰੇਸ਼ਨ ਈਜ਼ੀ ਸੀ ਐਗਰੈਸ਼ਨ ਈਜ਼ੀ ਸੀਗਾ violence ਦੇ ਵਿੱਚ ਉਹਨਾਂ ਨੇ ਬਹੁਤ ਇੰਜੋਏ ਕੀਤਾ ਸੋ ਕਮਿੰਗ ਬੈਕ ਟੂ ਇਟ ਬਿਕਮਸ ਸੋ ਈਜ਼ੀ ਫॉर ਦੋਜ਼ ਲਿਟਲ ਬॉयਜ਼ ਜਦੋਂ ਗਰੋ ਹੁੰਦੇ ਆ to take out that aggression out and show that frustration in action because I think ਛੋਟੇ ਹੁੰਦਿਆਂ ਤੋਂ ਹੀ ਆਪਾਂ ਉਹਨਾਂ ਨੂੰ ਕਹਿੰਦੇ ਉਹ ਲਾਈਕ if the dolls dolls ਨਾਲ ਨਹੀਂ ਖੇਲਣਾ ਆਹ fighting toys ਇਹਨਾਂ ਨਾਲ ਖੇਲਣਾ ਲਾਈਕ ਆਪਾਂ society ਦੇ ਤੌਰ ਤੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਟ੍ਰੀਟ ਕਰਦੇ ਆ it doesn't mean ਜਦੋਂ born ਹੁੰਦੇ ਉਹ ਇਦਾਂ ਥੋੜ੍ਹਾ ਜੰਮਦੇ ਆਏ ਆ ਕਿ ਅਸੀਂ ਆਹ ਚੀਜ਼ਾਂ ਨਾਲ ਖੇਡਣਾ ਜਿਹੜੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਦਿਖਾਉਂਦੇ ਗਨ ਟੋਇਜ਼ ਲਾਈਕ ਉਹ ਸਾਰੀਆਂ ਚੀਜ਼ਾਂ ਵੱਡੇ ਹੋ ਕੇ ਫਿਰ ਆਪਾਂ ਤੋਂ ਕੰਟਰੋਲ ਨਹੀਂ ਹੁੰਦਾ ਬਿਕਾਜ਼ ਇਟਸ ਲਾਈਕ ਇਹ ਇੱਥੇ ਤਾਂ ਗੱਲ ਕਿੱਦਾਂ ਵੱਧ ਗਈ ਇਹ ਤਾਂ ਸ਼ੁਰੂ ਹੁੰਦੇ ਆ ਤੋਂ ਹੀ ਗੱਲ ਸ਼ੁਰੂ ਹੋਈ ਆ ਬੱਚੇ ਜਦੋਂ ਰੋਂਦੇ ਨੇ ਕੁੜੀ ਵੀ ਓਨਾ ਹੀ ਖੁੱਲ ਕੇ ਰੋਂਦੀ ਹੈ ਜਿੰਨਾ ਇੱਕ ਮੁੰਡਾ ਬੱਚਾ ਜੇ ਆਪਾਂ ਅੰਡਰ ਅ ਈਅਰ ਗੱਲ ਕਰੀਏ ਮੁੰਡਾ ਵੀ ਉਦਾਂ ਹੀ ਐਕਸਪ੍ਰੈਸ ਕਰਦਾ ਹੈ ਰੋਂਦਾ ਆ ਦੱਸਦਾ ਮੈਨੂੰ ਇੱਥੇ ਪੀੜ ਹੋਈ ਹੈ ਮੈਨੂੰ ਇਹ ਹਰਟ ਹੋਇਆ 2-3 ਸਾਲ ਦਾ ਬੱਚਾ ਪਰ ਆਈ ਥਿੰਕ ਜਦੋਂ ਹੀ ਬੱਚਾ 12-13 ਤੇ ਪਹੁੰਚ ਜਾਂਦਾ ਫਿਰ ਉਹ ਕੁੜੀਆਂ ਦਾ ਡਿਫਰੈਂਟ ਐਕਟ ਹੋ ਜਾਂਦਾ ਤਾਂ ਮੁੰਡਿਆਂ ਦਾ ਡਿਫਰੈਂਟ ਬੇਸਡ ਔਨ what they've learned from their surroundings ਹੁਣ ਮੈਂ ਛੋਟੇ ਬੱਚਿਆਂ ਨਾਲ ਕੰਮ ਕਰਦੀ ਆ grade 3 ਸੋ ਈਵਨ ਇਨ grade 3 ਬੱਚੇ ਮੁੰਡੇ ਬਹੁਤ ਕੰਫਰਟੇਬਲ ਹੈਗੇ ਮੁੰਡੇ ਤੇ ਕੁੜੀਆਂ they'll come to me ਜਦੋਂ ਕੋਈ ਚੀਜ਼ ਹੋਈ ਆ ਮੈਂ ਬਹੁਤ ਸੈਡ ਫੀਲ ਕਰਦਾ ਕਿਉਂਕਿ ਆ ਹੋਇਆ ਜਰਨਲ ਲਿਖ ਕੇ ਉਸ ਆਪਣੇ ਇਮੋਸ਼ਨਸ ਨੂੰ ਐਕਸਪ੍ਰੈਸ ਕਰ ਸਕਦੇ ਆ ਬਟ experts have said ਕਿ ਜਦੋਂ ਉਹ ਮੁੰਡੇ 12 13 14
ਆਲਮੋਸਟ ਟੀਨੇਜ ਈਅਰਸ ਦੇ ਲਾਗੇ ਤਾਗੇ ਆ ਜਾਂਦੇ ਫਿਰ ਉਹਨਾਂ ਦੇ ਰੋਲ ਮਾਡਲ ਬਦਲ ਜਾਂਦੇ ਆ ਜਦੋਂ ਛੋਟੇ ਆ ਮਮਸ ਸਿਸਟਰਸ ਦੇ ਨਾਲ ਬਹੁਤ ਕਨੈਕਸ਼ਨ ਹੁੰਦਾ when they're getting older ਉਹ ਆਪਣੇ ਲਾਈਫ ਦੇ ਵਿੱਚ ਜਿਹੜੇ ਮੇਲ ਰੋਲ ਮਾਡਲਸ ਹੈਗੇ that's who they're looking to ਉਹਨਾਂ ਵੱਲ ਦੇਖ ਰਹੇ ਆ ਕਿ ਇਹ ਕਿੱਦਾਂ ਬਿਹੇਵ ਕਰਦੇ ਮਰਦ ਇੱਦਾਂ ਬਿਹੇਵ ਕਰਨੇ ਚਾਹੀਦੇ ਆ ਤੇ ਮੈਂ ਵੀ ਇੱਦਾਂ ਹੀ ਬਿਹੇਵ ਕਰਨਾ ਆ ਰਾਈਟ ਸੋ ਤੁਹਾਡੇ ਦੋਨਾਂ ਦੇ ਯੂ ਹੈਵ ਸਨਸ ਐਂਡ they're not born aggressive violent society ਜਦੋਂ ਦੱਸਦੀ ਆ ਕਿ ਇੱਦਾਂ ਹੋਣਾ ਚਾਹੀਦਾ they're taking it on and it's not fair and actually I found something the FBI did research in 2011 ਦੇ ਵਿੱਚ ਕਿ 28% ਤੋਂ ਜ਼ਿਆਦਾ ਜਿਹੜੇ violent crimes ਹੋਏ ਸੀਗੇ ਅਮਰੀਕਾ ਦੇ ਵਿੱਚ ਆਦਮੀਆਂ ਨੇ ਕਮਿਟ ਕੀਤੇ ਦੂਜੇ ਆਦਮੀ and most of the time ਦੂਜੇ ਆਦਮੀਆਂ they're the victims as well So ਬੰਦੇ aggressors ਨੇ and ਬੰਦੇ victims ਵੀ ਉਹ ਜ਼ਿਆਦਾ ਹੈਗੇ ਆ so Raman like you're saying toxic masculinity ਔਰਤਾਂ ਨੂੰ ਕਿੱਦਾਂ ਅਫੈਕਟ ਕਰਦੀ ਬੱਚਿਆਂ ਨੂੰ it has psychological effects but actually ਇਹ ਮਰਦਾਂ ਲਈ ਵੀ ਬਹੁਤ toxic ਹੈਗਾ ਆ they're victims and they're going through it and most of the time when the men are victims ਉਹ ਤਾਂ ਉਹਨਾਂ ਨੇ ਕਿਹੜਾ ਪੁਲਿਸ ਕੋ ਜਾ ਕੇ ਕੰਪਲੇਨ ਕਰਨੀ ਕਿ ਮੇਰੀ ਵਾਈਫ ਨੇ ਮੈਨੂੰ ਮਾਰਿਆ ਜਾਂ ਕੁਛ ਇਦਾਂ ਦਾ ਹੋਇਆ ਕਿ ਸਪੈਸ਼ਲੀ ਜੇ ਕੋਈ ਔਰਤ ਨੇ ਜਾਂ ਈਵਨ ਜੇ ਕਿਸੇ ਹੋਰ ਬੰਦੇ ਨਾਲ ਵੀ ਲੜਦੇ ਆ ਉਹ ਦੱਸਣਾ ਥੋੜ੍ਹਾ ਚਾਹੁੰਦੇ ਆ ਤੁਸੀਂ ਬਹੁਤ ਘੱਟ ਦੇਖੋਗੇ ਉਹ ਜਾ ਕੇ ਕੋਈ ਪੁਲਿਸ ਰਿਪੋਰਟ ਫਾਈਲ ਕਰੂਗੇ ਰਾਈਟ fragile masculinity ਵੀ ਇੱਕ ਹੈਗਾ ਆ ਉਹਦੇ ਵਿੱਚ ਜਿਹੜੇ masculine men ਜਿਹੜੇ ਉਹ ਸੋਚਦੇ ਕਿ ਉਹ ਥੋੜੇ ਜਿਹੜੇ fragile ਹੁੰਦੇ ਆ ਉਹਨਾਂ ਤੇ ਫਿਰ ਟਾਰਗੇਟ ਕਰਦੇ ਆ ਰਾਈਟ ਜਿਹੜੇ I think ਮੈਂ usually ਜਦੋਂ ਮੈਂ ਸੁਣਦੀ ਆ ਇਹਦੇ ਬਾਰੇ ਹੈ ਨਾ ਮੈਨੂੰ ਟੌਕਸਿਕ ਨਾਲੋਂ ਨਾ ਟੌਕਸਿਕ ਵਰਡ ਬੜਾ ਅਜੀਬ ਜਿਹਾ ਲੱਗਦਾ ਸੁਣਨ ਚ ਟੌਕਸਿਕ ਮੈਸਕੁਲਿਨਿਟੀ ਮੈਨੂੰ ਇਦਾਂ ਲੱਗਦਾ ਹੈ ਕਿ ਇਟਸ ਮੋਰ ਲਾਈਕ misdirected masculinity missing ਜੇ ਹੁਣ ਆਪਾਂ ਬੱਚਿਆਂ ਨੂੰ ਦੇਖੀਏ ਕਿ ਕਿੰਨੇ ਫਾਦਰਸ ਐਕਚੁਅਲੀ ਇਨਵੋਲਵਡ ਨੇ ਉਹਨਾਂ ਦੀਆਂ ਲਾਈਫਸ ਵਿੱਚ ਜਿੱਦਾਂ ਤੁਸੀਂ ਰੋਲ ਮਾਡਲ ਦੀ ਗੱਲ ਕੀਤੀ ਹੈ ਐਕਚੁਅਲੀ ਰੀਅਲ ਮੈਸਕੁਲਿਨਿਟੀ ਔਰ ਰੋਲ ਮਾਡਲਸ ਉਹਨਾਂ ਬੱਚਿਆਂ ਦੀ ਲਾਈਫ ਚੋਂ ਮਿਸਿੰਗ ਨੇ ਇਵਨ ਦੋ ਦੇ ਹੈਡ ਫਾਦਰਸ ਇਨ ਦਾ ਹਾਊਸ ਪਰ ਪ੍ਰੈਜ਼ੈਂਟ ਕਿੰਨੇ ਨੇ ਉਹਨਾਂ ਵਿੱਚੋਂ ਕਿੰਨੇ ਕੁ ਉਹਨਾਂ ਨੂੰ ਪੋਜ਼ਿਟਿਵ ਡਾਇਰੈਕਸ਼ਨ ਦੇ ਰਹੇ ਨੇ ਸੋ ਆਈ ਥਿੰਕ ਮੋਰ ਦੈਨ toxic I feel it's more misled misdirected and more than that it's missing big time no ਪਰ ਕਈ ਤਾਂ ਹੈਗੇ ਆ ਜਿਨ੍ਹਾਂ ਦੇ ਬਾਪ ਹਮੇਸ਼ਾ ਉੱਥੇ ਹੈਗੇ ਆ ਪਰ ਉਹ ਉਹਨਾਂ ਤੋਂ ਹੀ ਸਿੱਖਦੇ ਆ ਰਾਈਟ ਜਿਨ੍ਹਾਂ ਦੇ ਹੈਗੇ ਆ ਬਾਪ ਉਹ ਉਹਨਾਂ ਤੋਂ ਸਿੱਖਦੇ ਆ ਕਿ ਕਿੱਦਾਂ ਔਰਤ ਨਾਲ ਬਿਹੇਵ ਕਰਨਾ ਕਿ ਦੂਸਰਿਆਂ ਨਾਲ ਕਿੱਦਾਂ ਬਿਹੇਵ ਕਰਨਾ ਬਿਕਾਜ਼ ਕਹਿੰਦੇ ਕਿ ਜਿਹੜੇ ਬੱਚੇ ਹੁੰਦੇ ਆ ਉਹ ਤੁਸੀਂ ਜਿੰਨਾ ਮਰਜ਼ੀ ਉਹਨਾਂ ਨੂੰ ਟੋਕੀ ਜਾਓ ਕੁਝ ਕਹਿ ਕੇ ਸਿਖਾਈ ਜਾਓ ਉਹ ਇਦਾਂ ਨਹੀਂ ਸਿੱਖਦੇ ਹੈਗੇ ਉਹ ਜੋ ਦੇਖਦੇ ਉਹ ਚੀਜ਼ਾਂ ਦਾ ਕਾਪੀ ਕਰਨ 'ਚ ਉਹਨਾਂ ਨੂੰ ਜ਼ਿਆਦਾ ਕੈਚ ਕਰਦੇ ਆ ਚੀਜ਼ ਸੋ ਜੇ ਛੋਟੇ ਬੱਚਿਆਂ ਨੂੰ ਵੀ ਆਪਾਂ ਕਈ ਵਾਰੀ ਹੱਸੋਗੇ ਉਹ ਇਦਾਂ ਕਰਦਾ ਸਾਨੂੰ ਦੇਖ ਕੇ ਇਦਾਂ ਕਰਦਾ ਜਾਂ ਸੋ ਜੇ ਚੰਗੀ ਚੀਜ਼ ਵੀ ਦੇਖ ਕੇ ਕਰਦਾ ਮਾੜੀ ਚੀਜ਼ ਵੀ ਕਰੂਗਾ ਰਾਈਟ ਐਂਡ ਆਈ ਥਿੰਕ ਜੈਂਡਰ ਰੋਲਸ ਵੀ ਸਭ ਤੋਂ ਜ਼ਿਆਦਾ ਹੈ ਬੱਚੇ ਘਰੋਂ ਹੀ ਸਿੱਖਦੇ ਨੇ ਕਿ ਮੇਲ ਨੂੰ ਕਿੱਦਾਂ ਹੋਣਾ ਚਾਹੀਦਾ ਉਹ ਘਰ 'ਚ ਆਪਣੇ ਫਾਦਰ ਨੂੰ ਦੇਖਦੇ ਨੇ ਔਰ ਆਪਣੀ ਮਦਰ ਨੂੰ ਦੇਖਦੇ ਨੇ ਔਰ ਦੇਖਦੇ ਨੇ ਕਿ ਫਾਦਰ ਤੋਂ ਕੀ ਐਕਸਪੈਕਟਡ ਹੈ ਐਂਡ ਮਦਰ ਤੋਂ ਕੀ ਐਕਸਪੈਕਟਡ ਹੈ ਐਂਡ ਆਈ ਥਿੰਕ that is what ਉਹ ਆਪਣੀ ਲਾਈਫ ਵਿੱਚ ਮੁੜ ਕੇ ਲੈ ਕੇ ਆਉਂਦੇ ਨੇ ਐਂਡ ਇਟਸ ਅਨਫੋਰਚੂਨੇਟ ਕਿਉਂਕਿ ਉਹ ਬਹੁਤ ਕੁਛ ਲਾਈਕ ਆਪਾਂ ਹੁਣ ਤਾਂ ਕਿੰਨੀਆਂ ਗੱਲਾਂ ਤੇ ਵੀ ਕਰ ਸਕਦੇ ਬਟ ਈਵਨ ਜਸਟ ਹਾਊਸ ਹੋਲਡ ਦੇ ਵਿੱਚ ਬਿਲਸ ਕੌਣ ਪੇ ਕਰਦਾ ਕੌਣ ਕੁਕਿੰਗ ਕਰਦਾ ਕੌਣ ਕਲੀਨਿੰਗ ਸਾਰੀਆਂ ਚੀਜ਼ਾਂ ਤੇ ਟੱਚ ਕਰ ਸਕਦੇ ਆ Yeah, exactly. ਇਹ ਸਿਰਫ aggression or frustration ਤੱਕ ਹੀ ਨਹੀਂ ਹੈ the topic that we're discussing today ਇਸ ਤੋਂ ਵੀ ਕਈ ਕਿਤੇ ਅੱਗੇ ਜਾ ਕੇ ਇਹ ਸੋਸਾਇਟੀ ਦਾ ਫਾਰਮ ਬਣਦਾ ਹੈ ਅੱਜ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਵਰਡ ਹਾਂ ਸਾਨੂੰ ਨਹੀਂ ਪਤਾ ਅੱਗੇ 10 ਸਾਲਾਂ ਵਿੱਚ ਇਹ ਕਿਹੜਾ ਫਾਰਮ ਲੈ ਕੇ ਆਊਗਾ ਐਂਡ ਅ ਲੋਟ ਆਫ ਦ ਟਾਈਮਸ ਹੁਣ ਅੱਜ ਕੱਲ੍ਹ ਲੋਕੀ ਇਹ ਵੀ ਕਹਿੰਦੇ ਆ ਕਿ ਜਦੋਂ ਆਪਾਂ ਬੱਚੇ ਪਾਲਦੇ ਅੱਜ ਕੱਲ੍ਹ ਦੇ ਬੱਚੇ ਸੈਂਸਿਟਿਵ ਬਹੁਤ ਆ ਉਹ ਪੇਰੈਂਟਸ ਸੈਂਸਿਟਿਵ ਬਹੁਤ ਆ ਬਿਕਾਜ਼ ਆਪਾਂ ਦੁਨੀਆ ਚੇਂਜ ਕਰਦੇ ਆ ਰਾਈਟ ਸੋ ਉਹ ਚੇਂਜ ਕਰਨ ਦੀ ਬਜਾਏ ਸਾਨੂੰ ਬੈਕਲੈਸ਼ ਮਿਲਦਾ ਹੀ ਆ ਪਰ ਆਪਾਂ ਨੂੰ ਕੰਟੀਨਿਊ ਕਰਨਾ ਚਾਹੀਦਾ ਸੋ ਆਈ ਥਿੰਕ ਅੱਜ ਦੇ ਸ਼ੋਅ 'ਤੇ ਆਪਾਂ ਚੈਲੰਜ ਕਰੀਏ ਕਿ ਜਿਹੜੀ ਟੌਕਸਿਕ ਮੈਸਕੁਲਿਨਿਟੀ ਕਿੱਦਾਂ ਬਦਲੀ ਜਾਣੀ ਚਾਹੀਦੀ ਆ ਜੇ ਤੁਸੀਂ ਕੋਈ ਬੱਚਾ ਪਾਲਦੇ ਆ ਜਿਹੜਾ ਮੇਲ ਆ ਜਾਂ ਫੀਮੇਲ ਬੱਚਾ ਆ ਕੋਈ ਵੀ ਜੈਂਡਰ ਆ ਲੈਟ them express their emotion ਜੇ ਉਹ ਰੋਂਦਾ ਆ ਰੋ ਲੈਣ ਤੋਂ ਕੋਈ ਦੁੱਖ ਆ ਦੁੱਖ ਦੀ ਗੱਲ ਉਹਨੂੰ ਕੱਢ ਲੈਣ ਤੋਂ ਬਿਕਾਜ਼ ਜਿੰਨਾ ਆਪਾਂ ਉਹਨਾਂ ਦੇ ਇਮੋਸ਼ਨ ਸਪਰੈਸ ਕਰੀ ਜਾਂਦੇ ਉਨੇ ਵੱਡੇ ਹੋ ਕੇ ਉਹ ਅਗਰੈਸ਼ਨ ਬਣਦਾ ਆ exactly and Gurpreet ਜਿੱਦਾਂ ਤੁਸੀਂ ਕਹਿ ਰਹੇ ਬੱਚਿਆਂ ਨੂੰ let them ਉਹਨਾਂ ਨੂੰ ਐਕਸਪ੍ਰੈਸ ਕਰ ਲੈਣ ਦਿਓ ਪਰ ਉਹਨਾਂ ਨੇ ਆਬਜ਼ਰਵੇਸ਼ਨ ਤੋਂ ਹੀ ਸਿੱਖਣਾ ਜੇ ਤੁਸੀਂ if you're feeling a sad emotion ਜੇ ਤੁਹਾਨੂੰ ਵੀ ਗੁੱਸਾ ਆਉਂਦਾ ਆ
ਤੁਸੀਂ ਉਹਨਾਂ ਨੂੰ ਯੂ ਰੋਲ ਮਾਡਲ ਕਰਨਾ ਹੈ ਰਾਈਟ ਤੁਸੀਂ ਮਾਡਲ ਕਰਨਾ ਕਿ ਯੂ نو ਅੱਜ ਮੈਂ ਬਹੁਤ ਸੈਡ ਹੈਗੀ ਆ ਕੁਛ ਹੋਇਆ ਹੁਣ ਯੂ نو ਮੈਂ ਕੀ ਕਰਾਂ and apologize. I think ਉਹ ਵੀ ਬਹੁਤ ਵੱਡੀ ਗੱਲ ਹੈ because with toxic traits ਇਹ ਵੀ ਹੋ ਜਾਂਦਾ ਕਿ ਮਰਦਾਂ ਨੂੰ apologize ਨਹੀਂ ਕਰਨਾ ਆਉਂਦਾ because ਉਹਨਾਂ ਨੂੰ ਲੱਗਦਾ ਜੇ ਅਸੀਂ ਕੋਈ ਗਲਤੀ ਵੀ ਕਰ ਲਈ ਚੱਲ ਇਦਾਂ ਹੀ ਚੱਲੀ ਜਾਣਾ ਰਾਈਟ ਜੇ ਆਪਾਂ ਕੋਈ ਗਲਤੀ ਕਰਦੇ ਭਾਵੇਂ ਬੱਚਾ ਆ ਬੱਚੇ ਨੂੰ ਵੀ ਤੁਸੀਂ ਦੱਸੋ sorry I made a mistake because ਫਿਰ ਹੀ ਉਹ ਸਿੱਖੂਗੇ ਕਿ ਉਹ ਵੀ ਕੋਈ ਗਲਤੀ ਕਰਕੇ apologize ਕਰ ਸਕਦੇ ਐਂਡ ਟਰਾਮਾਸ ਨਾਲ ਕਿੱਦਾਂ ਡੀਲ ਕਰਨਾ heartbreaks yes every young boy or girl but since we're talking about masculine ਉਹ goes through heartbreaks ਵੱਡੇ ਹੋ ਕੇ ਬੰਦੇ ਆ ਸਭ ਦਾ ਦਿਲ ਟੁੱਟਦਾ ਉਹਨਾਂ ਨੂੰ ਕਿੱਦਾਂ ਹੈਂਡਲ ਕਰਨਾ ਉਹਦੇ ਟ੍ਰੇਟਸ ਕਿੱਦਾਂ ਨੇ ਐਂਡ ਜਦੋਂ ਉਹ ਆਪਣੇ ਇਮੋਸ਼ਨਸ ਕੱਢਦੇ ਨਹੀਂ ਉਹਨਾਂ ਨੂੰ ਦਬਾਉਣ ਲੱਗ ਪੈਂਦੇ ਨੇ ਤੇ ਕਹਿ ਲਓ ਕਿ ਇੱਕ ਤਰੀਕੇ ਨਾਲ ਉਹ ਬੋਟਲਨੈਕ ਹੋ ਜਾਂਦਾ ਹੈ ਜਦੋਂ ਕਿੰਨਾ ਕੁ ਦਬਾ ਲੈਣਗੇ ਹੈ ਨਾ ਫਿਰ ਉਹਨਾਂ ਨੂੰ ਲੱਗਦਾ ਕਿ ਕੀ ਈਜ਼ੀ ਹੈ ਮੇਰੇ ਲਈ ਵਾਇਲੈਂਸ ਈਜ਼ੀ ਹੈ ਤਾਂ ਫਿਰ ਉਹ ਪੀਣ ਲੱਗ ਪੈਂਦੇ ਆ ਡਰਗ ਖਾਣ ਲੱਗ ਪੈਂਦੇ ਸਾਰਾ ਇਹ bottled up emotions ਹੋਰ ਕਿੱਦਾਂ ਸੋਲਵ ਕਿੱਦਾਂ ਕਰੀਏ ਕਿ ਆ ਜਿਹੜੇ ਇਮੋਸ਼ਨਸ ਆ ਮੈਂ ਕਿੱਦਾਂ ਉਹਨਾਂ ਨੂੰ ਗੈਟ ਰਿਡ ਆਫ ਕਰਾਂ ਜਿੱਦਾਂ ਕਿੱਦਾਂ ਨਿਕਾਲਾਂ ਡਰੱਗਸ ਐਂਡ ਐਲਕੋਹਲ that's the escape ਐਂਡ ਜਿਹੜੀ ਗੱਲ ਤੁਸੀਂ ਕਹਿ ਰਹੇ ਸੀ ਯੂ نو ਅਸੀਂ ਚੈਲੰਜ ਕਰੀਏ if you have a man in your life a son uncle brother ਜੋ ਵੀ ਹੈਗਾ whatever relationship ਉਹਨਾਂ ਨਾਲ ਬਹਿ ਕੇ ਗੱਲ ਕਰੋ ਐਂਡ ਐਕਸਪਰਟਸ ਮੋਸਟ ਆਫ ਦ ਟਾਈਮ ਕਹਿੰਦੇ ਆ ਕਿ ਆ ਜਿਹੜੀ ਇਸ਼ੂ ਆ ਟੌਕਸਿਕ ਮੈਸਕੁਲਿਨਿਟੀ ਦੀ ਜ਼ਿਆਦਾ men are actually the ones who can solve it because ਜਿਹੜੇ relationships men ਦੇ between ਹੁੰਦੇ ਆ those are the ones where they can make you know real relationships so they have to share their emotions ਇੱਕ ਦੂਜਿਆਂ ਦੇ ਨਾਲ ਸੋ ਆਪਾਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਰੈਪ ਅਪ ਕਰਦੇ ਹਾਂ ਆਪਣੇ ਵਿਊਅਰਸ ਨੂੰ ਅਸੀਂ ਥੈਂਕ ਯੂ ਕਹਿਣਾ ਚਾਹਾਂਗੇ ਥੈਂਕ ਯੂ ਸੋ ਮਚ ਕਿ ਤੁਸੀਂ ਸਾਡਾ ਪ੍ਰੋਗਰਾਮ ਵਾਚ ਕੀਤਾ ਜਿੱਦਾਂ ਕਿ ਅਸੀਂ ਕਿਹਾ ਅਸੀਂ ਤੁਹਾਨੂੰ ਸਾਰਿਆਂ ਨੂੰ ਚੈਲੰਜ ਕਰਦੇ ਹਾਂ ਕਿ ਆਪਣੀ ਲਾਈਫ ਵਿੱਚ ਤੁਹਾਡੀ ਲਾਈਫ ਵਿੱਚ ਜਿੰਨੇ ਵੀ ਮੇਲਸ ਨੇ ਉਹਨਾਂ ਨਾਲ ਜਾ ਕੇ ਤੁਸੀਂ ਗੱਲ ਕਰੋ ਉਹਨਾਂ ਨਾਲ ਇਮੋਸ਼ਨਸ ਸਾਂਝੇ ਕਰੋ ਭਾਵੇਂ ਤੁਹਾਡੇ ਘਰ ਵਿੱਚ ਕੋਈ ਛੋਟਾ ਬੱਚਾ ਆ ਉਹਦੇ ਨਾਲ ਇਮੋਸ਼ਨ ਸਾਂਝੇ ਕਰੋ ਔਰ ਸਾਨੂੰ ਟੈਗ ਕਰੋ ਸਾਨੂੰ ਵੀ ਵੁੱਡ ਲਾਈਕ ਟੂ ਨੋ ਕਿ ਤੁਸੀਂ ਐਕਸ਼ਨਸ ਵੀ ਲੈ ਰਹੇ ਹੋ ਸਿਰਫ ਵਾਚ ਕਰਕੇ ਛੱਡ ਨਹੀਂ ਰਹੇ ਹੋ once again thank you for watching ਅਸੀਂ ਨਾਲ ਦੇ ਨਾਲ thank you ਕਹਿਣਾ ਚਾਹਾਂਗੇ ਆਪਣੇ ਸਪਾਂਸਰਸ ਦਾ ਗੁਰਸ਼ ਨੇਚਰ from Hair Motors Beauty Call they do makeup and another was She Jobs ਜੇ ਤੁਸੀਂ ਇੱਕ female ਹੋ and you're looking for a job give them a shout specialize ਕਰਦੇ ਨੇ jobs ਲੱਭਣ ਲਈ for all the females and we would like to give a shout out also to Gilbert Chandra Bose from Masala Mines ਉਹਨਾਂ ਨੇ ਸਾਡੀਆਂ ਇਹ ਪਿੱਛੇ ਜਿਹੜਾ ਤੁਸੀਂ ਸਾਡਾ ਸੈੱਟ ਦੇਖ ਰਹੇ ਹੋ ਇਹਦੇ ਵਿੱਚ ਉਹਨਾਂ ਦੀਆਂ ਪਿਕਚਰਸ ਜਿਹੜੀਆਂ ਨੇ ਉਹਨਾਂ ਨੇ ਡਿਜ਼ਾਈਨ ਕੀਤੀਆਂ ਨੇ ਤੁਸੀਂ ਸਾਨੂੰ Instagram YouTube and Facebook ਤੇ ਵੀ ਫੋਲੋ ਕਰ ਸਕਦੇ ਆ you can also email us on coursecorner@channelpunjabi.ca thank you so much for watching ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ